ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪਸ ਵਿੱਚ ਕਰਦੇ ਆ ਰਹੇ ਹਾਂ ਤੇ ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਪੁਰਬ ਜੋ 2021 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾਣਾ ਹੈ, ਉਸ ਨੂੰ ਸਮਰਪਿਤ ਕੀਤਾ ਹੋਇਆ ਹੈ। ਪਿਛਲੇ ਹਿੱਸੇ ਵਿੱਚ ਆਉਂਦਿਆਂ 12 ਨੰਬਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਸੀ। ਇਸ ਹਿੱਸੇ ਵਿੱਚ ਆਪਾਂ 13 ਨੰਬਰ ਸ਼ਬਦ ਤੋਂ ਵਿਚਾਰ ਨੂੰ ਆਰੰਭ ਕਰਨਾ ਹੈ। 13 ਨੰਬਰ ਸ਼ਬਦ ਦੇਵ ਗੰਧਾਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਦਰ ਤੀਸਰਾ ਤੇ ਅੰਤਮ ਸ਼ਬਦ ਹੈ। ਤਿੰਨ ਹੀ ਸ਼ਬਦ ਦੇਵ ਗੰਧਾਰੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਆਪਾਂ ਨੂੰ ਪ੍ਰਾਪਤ ਹੁੰਦੇ ਹਨ। ਪਹਿਲੇ ਦੋ ਸ਼ਬਦ ਆਪਾਂ ਪਿਛਲੇ ਹਿੱਸਿਆਂ ਵਿੱਚ ਸਾਂਝੇ ਕਰ ਆਏ ਹਾਂ। ਇਸ ਹਿੱਸੇ ਵਿੱਚ ਆਪਾਂ ਤੀਜਾ ਸ਼ਬਦ ਸਾਂਝਾ ਕਰਾਂਗੇ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ। ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਸ਼ਬਦ ਵਿਚਾਰ ਦੀ ਆਪਾਂ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਰਾਗ ਦੇ ਵਿੱਚ ਜੋ ਤੀਜਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਹੈ, ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਦੀ ਲੜੀ ਵਿੱਚ ਇਹ 13ਵਾਂ ਸ਼ਬਦ ਹੈ। ਪਹਿਲਾਂ ਆਪਾਂ ਮੂਲ ਪਾਠ, ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਕਰਦੇ ਹਾਂ, ਫਿਰ ਆਪਾਂ ਇਸ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ। ਸ਼ਬਦ ਇਉਂ ਹੈ ਜੀ। ਦੇਵ ਗੰਧਾਰੀ ਮਹਲਾ ਨਾਵਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ ਰਹਾਉ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹ ਕੋਊ, ਇਹ ਅਚਰਜ ਹੈ ਰੀਤ। ਮਨ ਮੂਰਖ ਅਜਹੂ ਨਹ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਇਹ ਹੈ ਮੂਲ ਪਾਠ ਤੇ ਇਸ ਵਿੱਚ ਜਿੱਥੇ ਜਿੱਥੇ ਵਿਸ਼ਰਾਮ ਦੇਣੇ ਹਨ, ਉਚਾਰਨ ਜਿਵੇਂ ਜਿਵੇਂ ਕਰਨਾ ਹੈ, ਆਪਾਂ ਉਹ ਸਮਝਦੇ ਹਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਪਹਿਲਾ ਵਿਸ਼ਰਾਮ ਆਏਗਾ ਜਗਤ ਮੈਂ ਸ਼ਬਦ ਉੱਪਰ ਮੰਮੇ ਦਲਾਈਆਂ ਮੈਂ ਲਿਖਿਆ ਹੋਇਆ। ਇਸ ਨੂੰ ਆਪਾਂ ਨਾਸਕੀ ਉਚਾਰਨ ਨਹੀਂ ਕਰਨਾ, ਮੈਂ ਪਾਠ ਇਸ ਦਾ ਨਹੀਂ ਕਰਨਾ। ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਮੈਂ ਉੱਤਮ ਪੁਰਖ ਦਾ ਇੱਕ ਵਚਨ ਪੜਨਾਮ ਹੁੰਦਾ ਆ, ਇਸ ਲਈ ਆਪਾਂ ਇੱਥੇ ਪੜਨਾਵੀ ਰੂਪ ਦਾ ਉਚਾਰਨ ਨਹੀਂ ਕਰਾਂਗੇ। ਇੱਥੇ ਇਹ ਸ਼ਬਦ ਸੰਬੰਧਕੀ ਰੂਪ ਦੇ ਵਿੱਚ ਵਰਤਿਆ ਗਿਆ ਹੋਇਆ ਹੈ, ਇਸ ਨੂੰ ਆਪਾਂ ਸੰਬੰਧਕੀ ਰੂਪ ਦੇ ਵਿੱਚ ਹੀ ਉਚਾਰਾਂਗੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਇੱਥੇ ਵਿਸ਼ਰਾਮ ਆਏਗਾ। ਕਿਆ ਦਾਰਾ ਕਿਆ ਮੀਤ, ਦਾਰਾ ਉੱਪਰ ਵਿਸ਼ਰਾਮ ਆਏਗਾ। ਮੇਰੋ ਮੇਰੋ ਸਭੈ ਕਹਿਤ ਹੈ, ਇੱਥੇ ਵਿਸ਼ਰਾਮ ਆਏਗਾ। ਹਿਤ ਸਿਉ ਬਾਂਧਿਓ ਚੀਤ। ਹਿਤ ਸਿਉ, ਸਿਉ ਪੜਾਂਗੇ, ਬਾਂਧਿਓ ਪੜਾਂਗੇ, ਇਹਨੂੰ ਬਾਧਿਓ ਨਹੀਂ ਪੜਨਾ, ਬਾਂਧਿਓ ਪੜਾਂਗੇ। ਬਾਂਧਿਓ ਦਾ ਅਰਥ ਬੰਨਿਆ ਜਾਣਾ। ਅੰਤ ਕਾਲ ਸੰਗੀ ਨਹ ਕੋਊ, ਕੋਊ ਦੇ ਉੱਪਰ ਵਿਸ਼ਰਾਮ ਦੇਵਾਂਗੇ। ਇਹ ਅਚਰਜ ਹੈ ਰੀਤ, ਇਹਨੂੰ ਅਚਰਜ ਨਹੀਂ ਪੜਨਾ, ਅਚਰਜ ਸ਼ਬਦ ਅਚਰਜ ਹੈ, ਇਸ ਦੇ ਲਈ ਆਪਾਂ ਇਸ ਨੂੰ ਅਚਰਜ ਹੀ ਪੜਾਂਗੇ। ਅਚਰਜ ਕੋਈ ਸ਼ਬਦ ਆਪਣੇ ਆਪ ਵਿੱਚ ਨਹੀਂ ਹੈ। ਮਨ ਮੂਰਖ ਅਜਹੂ ਨਹ ਸਮਝਤ, ਸਮਝਤ ਉੱਪਰ ਵਿਸ਼ਰਾਮ ਦੇਵਾਂਗੇ ਤੇ ਉਚਾਰਨ ਆਪਾਂ ਕਰਾਂਗੇ ਨਹ। ਇਹਨੂੰ ਨਹਿ ਨਹੀਂ ਪੜਾਂਗੇ ਆਪਾਂ, ਨਹ ਉਚਾਰਨ ਆਪਾਂ ਕਰਨਾ ਹੈ। ਸਿੱਖ ਦੈ ਹਾਰਿਓ ਨੀਤ, ਸਿੱਖ ਦੇ ਨਹੀਂ ਪੜਨਾ, ਸਿੱਖ ਦੈ ਹਾਰਿਓ, ਦੈ ਦਾ ਅਰਥ ਦੇ ਕੇ। ਸਿੱਖ ਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ। ਨਾਨਕ ਉੱਪਰ ਵਿਸ਼ਰਾਮ ਦਿਆਂਗੇ, ਭਉਜਲ ਪਾਰ ਪਰੈ ਇਉਂ ਪੜਾਂਗੇ। ਜੋ ਗਾਵੈ ਪ੍ਰਭ ਕੇ ਗੀਤ, ਇਵੇਂ ਪਾਠ ਕਰਨਾ ਹੈ। ਸੋ ਇਸੇ ਉਚਾਰਨ ਅਤੇ ਵਿਸ਼ਰਾਮ ਦੇ ਸੰਬੰਧ ਵਿੱਚ ਬੇਨਤੀ। ਆਓ ਹੁਣ ਆਪਾਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਪਿਛਲੇ ਹਿੱਸੇ ਵਿੱਚ ਆਪਾਂ ਗੱਲ ਕਰਕੇ ਆਏ ਹਾਂ ਬਈ ਇਸ ਸ਼ਬਦ ਦੇ ਕੇਵਲ ਮਾਤਰ ਅਰਥ ਉਹ ਨਹੀਂ ਹਨ ਜਿਹੜੇ ਆਮ ਤੌਰ 'ਤੇ ਉੱਪਰੋਂ ਅਰਥ ਪ੍ਰਚਾਰਕਾਂ ਵੱਲੋਂ ਜਾਂ ਕੀਰਤਨੀਆਂ ਵੱਲੋਂ ਕੀਤੇ ਜਾਂਦੇ ਹਨ।
ਇਸ ਦੇ ਅਰਥ ਜਿਵੇਂ ਅਸੀਂ ਵਿਚਾਰੇ ਨੇ, ਜਿਵੇਂ ਅਸੀਂ ਸਮਝੇ ਨੇ, ਉਹ ਸੁਣਨ ਵਿੱਚ ਤੁਹਾਨੂੰ ਬਿਲਕੁਲ ਨਵੇਂ ਜਾਪਣਗੇ। ਹੋ ਸਕਦਾ ਆ ਕਈਆਂ ਦੀ ਸਹਿਮਤੀ ਵੀ ਇਹਨਾਂ ਅਰਥਾਂ ਦੇ ਨਾਲ ਨਾ ਬਣ ਸਕੇ। ਸੋ ਆਰੰਭ ਦੇ ਵਿੱਚ ਪਹਿਲੇ ਹਿੱਸੇ ਵਿੱਚ ਮੈਂ ਬੇਨਤੀ ਕੀਤੀ ਸੀ ਬਈ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਨਵੇਂ ਸਿਰਿਓਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਿੱਖਣ ਦਾ ਯਤਨ ਕਰਾਂਗੇ। ਗੁਰੂ ਤੇਗ ਬਹਾਦਰ ਸਾਨੂੰ ਕੀ ਸਮਝਾ ਰਹੇ ਨੇ ਉਹ ਸਮਝ ਸਾਨੂੰ ਆਵੇ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਗਤ ਦੇ ਵਿੱਚ, ਦੁਨੀਆ ਦੇ ਵਿੱਚ ਪ੍ਰੀਤਾਂ ਤਾਂ ਬੜਿਆਂ ਦੀਆਂ ਹਨ। ਲੋਕੀ ਬੜੇ ਕਹਿੰਦੇ ਹਨ ਵੀ ਸਾਡੀ ਪ੍ਰੀਤ ਆ, ਸਾਡਾ ਮੁਲਕ ਆ, ਸਾਡਾ ਕੰਟਰੀ ਆ, ਸਾਡਾ ਨੇਸ਼ਨ ਆ, ਸਾਡਾ ਧਰਮ ਹੈ। ਬੜੇ ਪ੍ਰੀਤ ਦੀਆਂ ਗੱਲਾਂ ਕਰਦੇ ਆ ਵੀ ਸਾਡੀ ਪ੍ਰੀਤ ਆ ਜੀ ਸਾਡੇ ਧਰਮ ਨਾਲ, ਸਾਡੀ ਪ੍ਰੀਤ ਆ ਸਾਡੇ ਪਰਿਵਾਰ ਨਾਲ, ਸਾਡੀ ਪ੍ਰੀਤ ਹੈ ਸਾਡੇ ਦੇਸ਼ ਦੇ ਨਾਲ, ਸਾਡੀ ਪ੍ਰੀਤ ਹੈ ਸਾਡੀ ਮਾਤ ਭੋਏ ਦੇ ਨਾਲ। ਬੜੇ ਲੋਕੀ ਐਸੀਆਂ ਗੱਲਾਂ ਕਰਦੇ ਹਨ। ਪਰ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਜਿਸ ਨਜ਼ਰ ਨਾਲ ਅਸੀਂ ਵੇਖਿਆ ਤੇ ਸਾਨੂੰ ਉਸ ਨਜ਼ਰ ਨਾਲ ਵੇਖਿਆ, ਇਹ ਪ੍ਰੀਤ ਝੂਠੀ ਜਾਪੀ। ਝੂਠੀ ਕਿਉਂ ਜਾਪੀ? ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਗਤ ਵਿੱਚ ਇਹ ਪ੍ਰੀਤ ਸਾਨੂੰ ਝੂਠੀ ਦੇਖਣ ਨੂੰ ਮਿਲੀ। ਝੂਠੀ ਕਿਵੇਂ ਮਿਲੀ? ਗੁਰੂ ਤੇਗ ਬਹਾਦਰ ਇਸ ਨੂੰ ਝੂਠੀ ਪ੍ਰੀਤ ਕਿਉਂ ਕਹਿ ਰਹੇ ਨੇ? ਕਿਉਂਕਿ ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਉਂਕਿ ਸਾਰੇ ਹੀ ਜ਼ਿਆਦਾਤਰ ਆਪਣੇ ਸੁੱਖ ਨਾਲ ਜੁੜੇ ਹੋਏ ਨੇ ਵੀ ਮੈਨੂੰ ਕਮਾਈ ਇੱਥੋਂ ਹੋ ਜੇ, ਮੈਨੂੰ ਇੱਥੋਂ ਇਹ ਮਿਲੇ, ਮੈਨੂੰ ਇੱਥੋਂ ਉਹ ਮਿਲੇ। ਆਪਣੇ ਹੀ ਸੁੱਖ ਨਾਲ ਜੁੜੇ ਹੋਏ ਨੇ। ਕਿਆ ਦਾਰਾ ਕਿਆ ਮੀਤ। ਬੇਸ਼ੱਕ ਉਹ ਸਾਡੇ ਮਿੱਤਰ ਨੇ, ਬੇਸ਼ੱਕ ਉਹ ਸਾਡਾ ਪਰਿਵਾਰ ਆ, ਸਾਰੇ ਆਪੋ ਆਪਣੇ ਸੁੱਖਾਂ ਤੱਕ ਸੀਮਤ ਹੋਏ ਹੋਏ ਹਨ। ਬਾਕੀ ਦੁਨੀਆ ਵਿੱਚ ਕੀ ਹੋ ਰਿਹਾ, ਬਾਕੀ ਦੇਸ਼ ਵਿੱਚ ਕੀ ਹੋ ਰਿਹਾ, ਬਾਕੀ ਧਰਮ ਵਿੱਚ ਕੀ ਹੋ ਰਿਹਾ, ਸਮਾਜ ਵਿੱਚ ਕੀ ਹੋ ਰਿਹਾ, ਆਗੂ ਲੋਕ ਕੀ ਕਰਦੇ ਪਏ ਨੇ, ਕਿਸੇ ਨੂੰ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਕਿਸੇ ਨੂੰ ਕੋਈ ਵਾਹ ਵਾਸਤਾ ਨਹੀਂ ਹੈ। ਕਿਵੇਂ ਤੁਹਾਨੂੰ ਡਾਈਵਰਟ ਕਰ ਦਿੱਤਾ ਜਾਂਦਾ ਆ। ਅੱਜ ਦਾ ਫੋਨ ਤੇ ਹੁੰਦਾ ਹੈ ਨਾ, ਤੁਹਾਡਾ ਕਾਲ ਡਾਈਵਰਟ ਲੱਗ ਜਾਂਦਾ ਆ। ਕਾਲ ਡਾਈਵਰਟ ਹੋ ਜਾਂਦੀ ਹੈ ਤੁਹਾਡੀ। ਇੱਕ ਨੰਬਰ ਤੁਸੀਂ ਡਾਈਵਰਟ ਕਰਨਾ ਚਾਹੁੰਦੇ ਹੋਵੋ, ਕਿਸੇ ਹੋਰ ਨੰਬਰ ਨੂੰ ਕਾਲ ਦੇਣੀ ਚਾਹੁੰਦੇ ਹੋਵੋ, ਆਪਣੇ ਦੀ ਬਜਾਏ ਅਗਲਾ ਟਰਾਈ ਕਰੇ ਤੁਹਾਡਾ ਨੰਬਰ ਤੇ ਉਹ ਡਾਈਵਰਟ ਹੋ ਕੇ ਜਾ ਲੱਗੇ ਕਿਸੇ ਹੋਰ ਥਾਂ ਤੇ। ਇੱਦਾਂ ਧਰਮ ਦੇ ਨਾਂ ਤੇ ਕਿਵੇਂ ਸਾਨੂੰ ਡਾਈਵਰਟ ਕੀਤਾ ਜਾਂਦਾ ਆ, ਰਾਜਨੀਤੀ ਦੇ ਨਾਂ ਉੱਪਰ ਕਿਵੇਂ ਡਾਈਵਰਟ ਕਰ ਦਿੱਤਾ ਜਾਂਦਾ ਆ, ਕਿਵੇਂ ਸਾਨੂੰ ਮੋੜਾ ਕਟਾ ਦਿੱਤਾ ਜਾਂਦਾ ਆ। ਇੱਕ ਸਾਨੂੰ ਸਮਝ ਹੀ ਨਹੀਂ ਪੈਂਦੀ। ਆਪਣੇ ਸੁੱਖ ਸਿਉ ਹੀ ਸਭ ਲਾਗੇ। ਬਸ ਸਾਰੇ ਆਪੋ ਆਪਣੇ ਸਵਾਰਥਾਂ ਵਾਸਤੇ ਲੱਗੇ ਹੋਏ ਨੇ ਸਾਰੇ। ਅੱਜ ਕੱਲ੍ਹ ਵੇਖ ਲਓ, ਹੁਣ ਇਹ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਮੇਂ ਦੀ ਗੱਲ ਕੀਤੀ ਆ, ਪਰ ਜੇ ਤੁਸੀਂ ਅੱਜ ਵੀ ਵੇਖੋ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ, ਕਿ ਬਹੁਤਾਤ ਇਵੇਂ ਨਹੀਂ ਆ ਕਿ ਆਪਣੇ ਸੁੱਖ ਦੇ ਲਈ ਇੱਕ ਬੋਤਲ ਦੇ ਪਿੱਛੇ ਲੱਗ ਕੇ, ਚੰਦ ਪੈਸਿਆਂ ਦੇ ਪਿੱਛੇ ਲੱਗ ਕੇ, 2000 ਦੇ ਇੱਕ ਨੋਟ ਦੇ ਪਿੱਛੇ ਲੱਗ ਕੇ ਲੋਕੀ ਜਿਹੜੇ ਹੈਗੇ ਆ ਉਹ ਪਰਵਾਹ ਕਰਦੇ ਆ ਆਪਣੇ ਭਵਿੱਖ ਦੀ। ਜਦੋਂ ਵੋਟਿੰਗ ਆਉਂਦੀ ਆ, ਜਦੋਂ ਖਰੀਦੋ ਫੋਖਤ ਹੁੰਦੀ ਆ, ਕੀ ਫਿਰ ਉਹ ਆਪਣੇ ਸੁੱਖ ਪਿੱਛੇ ਲੱਗ ਕੇ ਆਪਣਾ ਭਵਿੱਖ ਨਹੀਂ ਵੇਚਦੇ? ਆਪਣੇ ਹੀ ਸੁੱਖ ਸਿਉ ਸਭ ਲਾਗੇ। ਜਿਸ ਨਸ਼ੇ ਵਿੱਚੋਂ, ਚੰਦ ਪੈਸਿਆਂ ਵਿੱਚੋਂ ਉਹਨਾਂ ਨੂੰ 4 ਦਿਨਾਂ ਦੇ ਸੁੱਖ ਦੀ ਉਮੀਦ ਹੁੰਦੀ ਹੈ, ਅਸਲ ਵਿੱਚ ਹੈ ਹੀ ਉਹ ਸੁੱਖ ਝੂਠਾ ਵਾ। ਪਰ ਫਿਰ ਵੀ ਉਹਨੂੰ ਉਹ ਮੰਨ ਬੈਠੇ ਵੀ ਚੱਲ ਲਾ 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 ਕਰਦੇ, ਜਿੰਦਾਬਾਦ ਕਰਦੇ, ਪਿੱਛੇ ਫਿਰੀ ਜਾਵਾਂਗੇ। ਲੀਡਰਾਂ ਦੇ 10 ਦਿਨ 15 ਦਿਨ ਚੰਗੇ ਲੰਘ ਜਾਣੇ ਆ, ਖਾਣ ਪੀਣ ਨੂੰ ਖੁੱਲ੍ਹਾ ਮਿਲ ਜਾਣਾ ਆ, ਪਰ ਉਸ ਤੋਂ ਪਿੱਛੋਂ ਜੋ ਉਹਨਾਂ ਦਾ ਬਾਕੀ ਸਮਾਂ ਬੀਤਣਾ ਆ, ਜੋ ਬਾਕੀ ਦਿਨ ਘਟੀ ਉਹਨਾਂ ਦੀ ਹੋਣੀ ਆ, ਉਹ ਕਿਵੇਂ ਹੋਣੀ ਆ, ਉਹਦੇ ਬਾਰੇ ਕਦੀ ਸੋਚਦੇ ਨੇ? ਨਹੀਂ। ਬਸ ਉਹ 4 ਦਿਨਾਂ ਦੇ ਸੁੱਖ ਪਿੱਛੇ ਲੱਗ ਕੇ ਫਿਰਦੇ ਰਹਿੰਦੇ ਆ। ਤੇ ਇਸੇ ਚੀਜ਼ ਨੂੰ ਜੇ ਅਸੀਂ ਧਰਮ ਦੀ ਦੁਨੀਆ 'ਚ ਦੇਖ ਲਈਏ ਤਾਂ ਆਪਣੇ ਹੀ ਸੁੱਖ ਸਿਉ ਸਭ ਲਾਗੇ। ਸਾਰੇ ਬਸ ਆਪਣੀ ਕਿਰਤ ਕਮਾਈ ਤੱਕ, ਆਪਣੇ ਪਰਿਵਾਰ ਪਾਲਣ ਤੱਕ ਸੀਮਤ ਹਨ। ਧਰਮ ਦੇ ਆਗੂ ਕਿਵੇਂ ਸਿਰਾਂ ਤੇ ਬੈਠ ਕੇ ਫੈਸਲੇ ਦਿੰਦੇ ਹੈ, ਕਿਵੇਂ ਸਾਨੂੰ ਅਸਲੀ ਧਰਮ ਨਾਲੋਂ ਤੋੜ ਕੇ ਹੋਰ ਰੀਤਾਂ ਰਸਮਾਂ ਬਣਾ ਕੇ ਤੇ ਉਹਨਾਂ ਦੇ ਵਿੱਚ ਫਸਾ ਕੇ ਸਾਨੂੰ ਹੋਰ ਪਾਸੇ ਹੀ ਲੈ ਤੱਕਦੇ ਨੇ। ਕਦੀ ਕਿਸੇ ਨੇ ਇਸ ਪਾਸੇ ਸੋਚਣ ਦੀ ਕੋਸ਼ਿਸ਼ ਕੀਤੀ? ਜੇ ਕੋਈ ਤਹਈਆ ਕਰਦਾ, ਜੇ ਕੋਈ ਯਤਨ ਕਰਦਾ, ਬਾਬਾ ਕਬੀਰ ਸਾਹਿਬ ਨੇ ਯਤਨ ਕੀਤਾ ਤਾਂ ਕਬੀਰ ਜੀ ਮਹਾਰਾਜ ਕਹਿੰਦੇ, ਜੰਜੀਰ ਬਾਂਧ ਮੈਨੂੰ ਜੰਜੀਰਾਂ 'ਚ ਬੰਨ੍ਹਿਆ ਤੇ ਬੰਨ੍ਹ ਕੇ ਇਹਨਾਂ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ। ਕਿਉਂ? ਕਿਉਂਕਿ ਕਬੀਰ ਜੀ ਮਹਾਰਾਜ ਕਹਿੰਦੇ ਮੈਨੂੰ ਇਹ ਨਿੱਜੀ ਧਰਮ ਪਸੰਦ ਨਹੀਂ ਸੀ। ਇਹ ਜਿਹੜਾ ਪੁਜਾਰੀਆਂ ਨੇ ਬਣਾ ਦਿੱਤਾ ਸੀ ਸਿਸਟਮ ਨਾ, ਬਸ ਆਪਣੇ ਐਸ਼ੋ ਇਸ਼ਰਤ ਦੇ ਲਈ, ਆਪਣੇ ਐਸ਼ੋ ਆਰਾਮ ਦੇ ਲਈ, ਲੋਕਾਂ ਨੂੰ ਲੁੱਟਣ ਦਾ ਜੋ ਵਸੀਲਾ ਬਣਾ ਰੱਖਿਆ ਹੋਇਆ ਸੀ, ਕਹਿੰਦੇ ਸਾਨੂੰ ਇਹ ਪਸੰਦ ਨਹੀਂ ਆਇਆ।
ਇਹ ਪੁਜਾਰੀ ਲੋਕ ਕਹਿੰਦੇ ਸਨ ਵੀ ਸਾਡੇ ਤੱਕ ਸੀਮਤ ਰਹੋ, ਦਿਨ ਪੁੱਛਣਾ ਤਾਂ ਵੀ ਸਾਡੇ ਕੋਲ ਆਓ, ਕੋਈ ਕੰਮ ਸ਼ੁਰੂ ਕਰਨਾ ਤਾਂ ਵੀ ਸਾਡੇ ਕੋਲ ਆਓ। ਕੀ ਗੱਲ ਭਾਈ, ਕਿਉਂ ਹੈ? ਅਸੀਂ ਵੀ ਤੇ ਇਨਸਾਨ ਹਾਂ ਨਾ। ਭਾਸ਼ਾ ਪੜ੍ਹਨੀ ਹੈ ਕਹਿੰਦੇ ਤਾਂ ਅਸੀਂ ਪੜ੍ਹਨੀ ਹੈ। ਕਬੀਰ ਸਾਹਿਬ ਕਹਿੰਦੇ ਅਸੀਂ ਕਿਉਂ ਨਹੀਂ ਪੜ੍ਹ ਸਕਦੇ, ਅਸੀਂ ਕਿਉਂ ਨਹੀਂ ਪੜ੍ਹ ਸਕਦੇ? ਸੋ ਜਦੋਂ ਕਬੀਰ ਸਾਹਿਬ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ ਤਾਂ ਕਬੀਰ ਸਾਹਿਬ ਦੇ ਉੱਪਰ ਸਖਤੀਆਂ ਤੇ ਪਾਬੰਦੀਆਂ ਲਾਈਆਂ ਗਈਆਂ। ਜਦੋਂ ਨਾਮਦੇਵ ਜੀ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ ਤਾਂ ਨਾਮਦੇਵ ਜੀ ਉੱਪਰ ਸਖਤੀਆਂ ਤੇ ਪਾਬੰਦੀਆਂ। ਜਦੋਂ ਰਵਿਦਾਸ ਜੀ ਮਹਾਰਾਜ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ, ਆਪਣੇ ਲੋਕਾਂ ਦੀ ਗੱਲ ਕਰਨ ਲੱਗੇ, ਉਹਨਾਂ ਉੱਪਰ ਸਖਤੀਆਂ ਤੇ ਪਾਬੰਦੀਆਂ। ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੇ ਹੱਕਾਂ ਦੀ, ਲੋਕਾਂ ਦੀ ਗੱਲ ਕਰਨ ਲੱਗੇ, ਉਹਨਾਂ ਦੇ ਉੱਪਰ ਸਖਤੀਆਂ ਤੇ ਪਾਬੰਦੀਆਂ। ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ, ਉਹ ਤੇ ਸਾਡੇ ਸਾਹਮਣੇ ਆ ਨਾ। ਗੁਰੂ ਸਾਹਿਬ ਕਹਿੰਦੇ ਸਾਨੂੰ ਤੁਸੀਂ ਉੱਦਾਂ ਆਪਣੇ ਸੁੱਖਾਂ 'ਚ ਮਸ਼ਰੂਫ ਨਹੀਂ ਕਰ ਸਕਦੇ, ਸਾਨੂੰ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਹਾਂ ਬਸ ਕਰਜ਼ੇ ਲਈ ਚੱਲੋ ਅਤੇ ਘਰ ਪਾ ਪਾ ਕੇ ਬੈਠੀ ਚੱਲੋ ਅਤੇ ਕਿਸ਼ਤਾਂ ਤਾਰੀ ਜਾਓ ਅਤੇ ਮੁੜ ਕੇ ਰਾਜਨੀਤੀ ਕਿਵੇਂ ਚੱਲਦੀ ਹੈ, ਧਰਮ ਕਿਵੇਂ ਚੱਲਦਾ ਆ, ਇਸ ਪਾਸੇ ਤੁਸੀਂ ਧਿਆਨ ਹੀ ਨਹੀਂ ਦੇਣਾ। ਅਸੀਂ ਇਹਨਾਂ ਸੁੱਖਾਂ 'ਚ ਬਿਜ਼ੀ ਹੋ ਕੇ ਅਸੀਂ ਸੱਚ ਨਾਲੋਂ ਨਹੀਂ ਟੁੱਟਾਂਗੇ। ਗੁਰੂ ਸਾਹਿਬ ਕਹਿੰਦੇ ਆਪ ਵੀ ਚੇਤੰਨ ਅਤੇ ਲੋਕਾਂ ਨੂੰ ਵੀ ਚੇਤੰਨ ਕਰਨਾ, ਅਤੇ ਜੋ ਤੁਹਾਡੀਆਂ ਹਕੀਕਤਾਂ ਨੇ ਦੁਨੀਆ ਸਾਹਮਣੇ ਰੱਖਣੀਆਂ ਨੇ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਏ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਲੋਕਾਂ ਵਿੱਚ ਜਾ ਕੇ ਦੱਸਣਾ ਆ ਲੋਕਾਂ ਨੂੰ। ਤਖਤ ਬਹਿ ਤਖਤ ਹੈ ਕੀ ਲਾਇਕ, ਇਹ ਲੋਕਾਂ ਨੂੰ ਦੱਸਣਾ, ਅਸੀਂ ਸੁਚੇਤ ਕਰਨਾ ਆ। ਇਹ ਕੋਈ ਤੁਹਾਡਾ ਜਨਮ ਸਿੱਧ ਅਧਿਕਾਰ ਨਹੀਂ ਹੈਗਾ ਵੀ ਬੈਠੇ ਰਹੋ। ਕੀ ਗੱਲ ਭਾਈ, ਆਮ ਲੋਕਾਂ 'ਚ ਕੋਈ ਘਾਟ ਆ? ਇਹ ਕਿਉਂ ਨਹੀਂ ਤਖਤਾਂ 'ਤੇ ਬੈਠ ਸਕਦੇ? ਇਹ ਕਿਉਂ ਨਹੀਂ ਬਾਦਸ਼ਾਹ ਬਣ ਸਕਦੇ? ਇਹ ਕਿਉਂ ਨਹੀਂ ਆਗੂ ਬਣ ਸਕਦੇ? ਇਹ ਕਿਉਂ ਨਹੀਂ ਧਰਮੀ ਪੁਰਸ਼ ਬਣ ਸਕਦੇ? ਬਣਾਵਾਂਗੇ। ਗੁਰੂ ਸਾਹਿਬ ਨੇ ਬਣਾਏ। ਗੁਰੂ ਨਾਨਕ ਮਹਾਰਾਜ ਜੀ ਨੇ ਬੇਖੌਫ ਹੋ ਕੇ ਜਗਤ ਵਿੱਚ ਵਿਚਰਨਾ ਕੀਤਾ, ਅਤੇ ਜਿੱਥੇ ਜਿੱਥੇ ਲੋੜ ਪ੍ਰਤੀਤ ਹੋਈ ਗੁਰੂ ਸਾਹਿਬ ਨੇ ਲੋਕਾਂ ਨੂੰ ਉੱਥੇ ਸੁਚੇਤ ਕੀਤਾ। ਮਹਾਰਾਜ ਕਹਿੰਦੇ ਆਪਣੇ ਸੁੱਖਾਂ 'ਚ ਇੰਨਾ ਤੁਸੀਂ ਬਿਜ਼ੀ ਨਾ ਰਹੋ, ਇੰਨਾ ਤੁਸੀਂ ਵਿਅਸਤ ਨਾ ਰਹੋ, ਇੰਨਾ ਰੁੱਝੇ ਨਾ ਰਹੋ, ਇੰਨਾ ਉਲਝੇ ਨਾ ਰਹੋ ਵੀ ਦੁਨੀਆ 'ਚ ਕੀ ਹੋ ਰਿਹਾ ਤੁਹਾਨੂੰ ਉਸ ਗੱਲ ਦਾ ਪਤਾ ਹੀ ਨਾ ਹੋਵੇ, ਸੰਸਾਰ 'ਚ ਕੀ ਹੋ ਰਿਹਾ ਤੁਹਾਨੂੰ ਉਸ ਗੱਲ ਦਾ ਪਤਾ ਹੀ ਨਾ ਹੋਵੇ, ਸਿਆਸਤ ਵਿੱਚ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਨਾ ਹੋਵੇ, ਧਰਮ 'ਚ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਨਾ ਹੋਵੇ। ਇੰਨਾ ਨਾ ਰੁੱਝੋ, ਇੰਨਾ ਬਿਜ਼ੀ ਨਾ ਹੋਵੋ। ਖਬਰ ਰੱਖੋ ਆਲੇ ਦੁਆਲੇ ਦੀ, ਸੱਚ ਜਾਣਿਓ। ਜੇ ਸਾਰੇ ਖਬਰ ਰੱਖਣ ਲੱਗ ਪੈਣ ਤਾਂ ਕੀ ਇਹ ਅਚੇਤ ਹੋ ਜਾਣਗੇ? ਨਹੀਂ। ਚੌਕੀਦਾਰ ਉਦੋਂ ਸੌਂਦਾ ਆ ਜਦੋਂ ਘਰ ਦੇ ਲੋਕ ਅਵੇਸਲੇ ਹੋ ਜਾਂਦੇ ਆ। ਜੇ ਉਹ ਸੁਚੇਤ ਰਹਿਣ, ਚੌਕੀਦਾਰ ਦੀ ਕੀ ਮਜ਼ਾਲ ਆ ਵੀ ਉਹ ਸੌਂ ਵੀ ਜਾਵੇ? ਨਹੀਂ ਸੌਂ ਸਕਦਾ। ਜੇ ਸੁਚੇਤ ਹੋਣਗੇ ਆਪ, ਤੇ ਇੱਦਾਂ ਹੀ ਭਾਈ ਜਿਹੜਾ ਚੌਕੀਦਾਰ ਬਣਾਏ ਹੋਏ ਆ ਤੁਸੀਂ, ਜੇ ਥੋੜ੍ਹਾ ਬਹੁਤ ਤੁਸੀਂ ਸੁਚੇਤ ਹੋਵੋਗੇ, ਇਹਨਾਂ ਦੀ ਔਕਾਤ ਨਹੀਂ ਵੀ ਸੌਂ ਜਾਣੇ। ਤੁਹਾਡੇ 1 ਰੁਪਈਏ ਦਾ ਵੀ ਹੇਰ ਫੇਰ ਕਰ ਜਾਣ, ਨਹੀਂ ਕਰ ਸਕਦੇ। ਪਰ ਇਹਦੇ ਲਈ ਤੁਹਾਡਾ ਸੁਚੇਤ ਹੋਣਾ ਜ਼ਰੂਰੀ ਆ। ਇਸ ਲਈ ਪਾਤਸ਼ਾਹ ਕਹਿੰਦੇ ਪ੍ਰੀਤਾਂ ਝੂਠੀਆਂ ਪ੍ਰੀਤਾਂ ਨੇ। ਕਾਹਦੀਆਂ ਪ੍ਰੀਤਾਂ ਨੇ ਇਹ? ਬੱਚਿਆਂ ਲਈ ਜਿਉਂਦਿਆਂ ਜਿਉਵੋ, ਤੁਸੀਂ ਰੱਜ ਰੱਜ ਜਿਉਵੋ, ਪਰ ਕੇਵਲ ਉੱਥੋਂ ਤੱਕ ਸੀਮਤ ਨਾ ਹੋਵੋ। ਸਮਾਜ ਦੀ ਵੀ ਖਬਰ ਰੱਖੋ, ਕੀ ਹੋ ਰਿਹਾ ਜਾਗੋ। ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਧਰਮ ਪ੍ਰਚਾਰ ਦੌਰੇ ਕੀਤੇ ਢਾਕੇ, ਅਸਾਮ, ਬਿਹਾਰ ਇਤਿਆਦਿਕ ਇਲਾਕਿਆਂ ਦੇ, ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਪ੍ਰਚਾਰਕ ਦੌਰਿਆਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਨੂੰ ਸੁਚੇਤ ਤੇ ਕੀਤਾ, ਜਗਾਇਆ ਹੀ ਆ। ਤੇ ਇਹ ਜਗਾਉਣਾ ਹੀ ਇੱਕ ਮਾਤਰ ਐਸਾ ਕਾਰਨ ਸੀ ਜੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਵੱਡਾ ਕਾਰਨ ਬਣ ਗਿਆ। ਕਿਉਂਕਿ ਜਿਹੜਾ ਪੁਜਾਰੀ ਵਰਗ ਆ, ਜਿਹਦੇ ਗੁਰੂ ਸਾਹਿਬ ਐਨ ਸ਼ੁਰੂ ਤੋਂ ਖਿਲਾਫ ਨੇ, ਉਹ ਵੀ ਗੁਰੂ ਸਾਹਿਬ ਦਾ ਵਿਰੋਧ ਕਰ ਰਿਹਾ ਵਾ। ਤੇ ਜਿਹੜਾ ਸ਼ਾਸਕ ਆ, ਉਹਨੇ ਤੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਹੀ ਹੈ। ਜਦੋਂ ਆਮ ਲੋਕਾਂ ਨੂੰ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਕੁਰਸੀਆਂ ਤੇ ਬੈਠ ਸਕਦੇ, ਤੁਸੀਂ ਕਿਉਂ ਨਹੀਂ ਪੜ੍ਹ ਲਿਖ ਸਕਦੇ, ਤਾਂ ਇਹ ਦੋਵੇਂ, ਇੱਕ ਪੁਜਾਰੀ ਇੱਕ ਸ਼ਾਸਕ, ਇਹ ਦੋਵੇਂ ਵਰਗ ਜਦੋਂ ਇਕੱਠੇ ਹੋਏ, ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਵੱਲੋਂ ਪੈਦਾ ਕੀਤੀ ਜਾ ਰਹੀ ਜਾਗਰਤੀ ਦੇ ਵਿਰੋਧ ਵਿੱਚ ਖੜੇ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਲਈ ਇੱਕ ਜਾਲ ਬੁਣ ਦਿੰਦੇ ਆ, ਤੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਕੇ ਹਟਦੇ ਆ।
ਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਦੋਂ ਵੀ ਆਖਦੀ ਸੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੱਜ ਵੀ ਕਹਿੰਦੀ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਰਹਿੰਦੀ ਦੁਨੀਆ ਤੱਕ ਕਹਿੰਦੀ ਰਹੇਗੀ ਜਗਤ ਮੈਂ ਝੂਠੀ ਦੇਖੀ ਪ੍ਰੀਤ। ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰ ਆਖਿਆ ਵੀਰ। ਕਿਉਂ? ਕਿਉਂਕਿ ਤੁਸੀਂ ਆਪਣੀ ਸੁੱਖਾਂ ਤੱਕ, ਆਪਣੀਆਂ ਗਰਜ਼ਾਂ ਤੱਕ, ਆਪਣੀਆਂ ਨਿੱਕੀਆਂ ਨਿੱਕੀਆਂ ਲੋੜਾਂ ਤੱਕ ਸੀਮਤ ਹੋਏ ਪਏ ਹੋ। ਤੁਹਾਡੇ ਮੂੰਹ ਬੰਦ ਰੱਖੇ ਆ ਇਹਨਾਂ ਨੇ ਤੁਹਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਉਲਝਾ ਕੇ, ਤੇ ਤੁਸੀਂ ਤੁਹਾਡੀਆਂ ਮਜਬੂਰੀਆਂ ਦਾ ਫਾਇਦਾ ਉਠਾ ਰਹੇ ਨੇ। ਕਿਉਂ? ਕਿਉਂਕਿ ਤੁਸੀਂ ਮਜਬੂਰ ਹੁੰਨੇ ਹੋ। ਸੋ ਸਤਿਗੁਰੂ ਕਹਿਣ ਲੱਗੇ ਕਿਆ ਦਾਰ ਕਿਆ ਮੀਤ, ਭਾਈ ਤੁਸੀਂ ਇੰਨਾ ਨਾ ਉਲਝੋ, ਇੰਨਾ ਵਿਅਸਤ ਨਾ ਹੋਵੋ, ਇੰਨਾ ਬਿਜ਼ੀ ਨਾ ਹੋਵੋ ਤੁਸੀਂ ਆਪਣੇ ਆਪ ਵਿੱਚ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬੰਧਿਓ ਚੀਤ। ਬਸ ਪਰਿਵਾਰਾਂ ਤੱਕ ਸੀਮਤ ਹੋ ਕੇ ਮੇਰੋ ਮੇਰੋ ਸਭੈ ਕਹਿਤ ਹੈ, ਵੀ ਆਹ ਵੀ ਮੇਰਾ ਹੋ ਜੇ, ਇਹ ਵੀ ਮੇਰਾ ਹੋ ਜੇ। ਸਾਰੇ ਇਹੀ ਕਹਿ ਰਹੇ ਨੇ। ਹਿਤ ਸਿਉ ਬੰਧਿਓ ਚੀਤ, ਆਪਣਾ ਜਿਹੜਾ ਚਿੱਤ ਆ ਉਹ ਹਿੱਤ ਨਾਲ ਬੰਨ੍ਹ ਲਿਆ ਹੈ, ਨਿੱਕੇ ਨਿੱਕੇ ਹਿੱਤਾਂ ਨਾਲ ਬੰਨ੍ਹ ਲਿਆ ਹੈ। ਭਈ ਮੈਨੂੰ ਆਹ ਚੇਅਰਮੈਨੀ ਮਿਲ ਜੇ, ਮੈਨੂੰ ਆਹ ਪ੍ਰਧਾਨਗੀ ਮਿਲ ਜੇ, ਮੈਨੂੰ ਆਹ ਪਦਵੀ ਮਿਲ ਜੇ, ਮੈਨੂੰ ਆਹ 4 ਪੈਸੇ ਇੱਧਰੋਂ ਆ ਜਾਣ, ਇੱਥੋਂ ਜੋ ਮੈਂ ਕੁੰਡੀ ਲਾ ਜਿਆਂ, ਇੱਥੋਂ ਜੋ ਮੈਨੂੰ ਮਿਲ ਜਾਏ। ਬਸ ਹਿੱਤ ਸਿਉ ਬੰਧਿਓ ਚੀਤ। ਚਿੱਤ ਇਸੇ ਹਿੱਤੂ ਨਾਲ ਬੰਦ ਰੱਖਿਆ ਹੋਇਆ, ਆਪਣਾ ਇਸੇ ਹਿੱਤ ਨਾਲ ਆਪਣੇ ਚਿੱਤ ਨੂੰ ਬੰਦ ਰੱਖਿਆ ਹੋਇਆ ਹੈ। ਪਰ ਗੁਰੂ ਦੇਵ ਜੀ ਕਹਿੰਦੇ ਚੇਤਾ ਰੱਖਿਓ ਅੰਤ ਕਾਲ ਸੰਗੀ ਨਾ ਕੋਊ, ਇਹ ਅਚਰਜ ਹੈ ਰੀਤ। ਅਚਰਜ ਰੀਤ ਇਹ ਆ ਬਈ ਅੰਤ ਕਾਲ ਸੰਗੀ ਨਾ ਕੋਊ। ਇਹ ਤੇ ਤੁਸੀਂ ਜਾਣਦੇ ਹੋ ਨਾ ਵੀ ਅੰਤ ਨੂੰ ਤੁਹਾਡਾ ਸੰਗੀ ਸਾਥੀ ਕਿਸੇ ਨੇ ਬਣਨਾ ਨਹੀਂ। ਅੰਤ ਨੂੰ ਜਦੋਂ ਸੰਗੀ ਸਾਥੀ ਬਣਨਾ ਕਿਸੇ ਨੇ ਨਹੀਂ, ਫਿਰ ਕਿਉਂ ਤੁਸੀਂ ਪਾਈ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਫਿਰ ਕਿਉਂ ਤੁਸੀਂ ਆਪਣਾ ਦੀਨ ਦੁਨੀ ਸਿਉ ਗਵਾਉਂਦੇ ਪਏ ਹੋ, ਤੇ ਦੁਨੀ ਨੇ ਸਾਥ ਤੁਹਾਡੇ ਜਾਣਾ ਕੋਈ ਨਹੀਂ। ਦੁਨੀ ਤੋਂ ਭਾਵ ਮਾਇਆ, ਦੀਨ ਗਵਾਇਆ ਦੁਨੀ ਸਿਉ, ਦੁਨੀ ਤੋਂ ਭਾਵ ਸ਼ੌਹਰਤ। ਜਿਹੜੇ ਨਿੱਕੇ ਨਿੱਕੀਆਂ ਤੁਹਾਡੀਆਂ ਗਰਜ਼ਾਂ ਨੇ ਉਹ ਠੀਕ ਹੈ, ਚੰਗਾ ਜੀਵਨ ਜਿਉਣਾ, ਚੰਗੀ ਪਦਵੀ 'ਤੇ ਹੋਣਾ, ਸਮਾਜਿਕ ਜੀਵਨ ਦਾ ਸੁਖਾਲਾ ਹੋਣਾ। ਗੁਰੂ ਤੇਗ ਬਹਾਦਰ ਇਹਨਾਂ ਗੱਲਾਂ ਦਾ ਵਿਰੋਧ ਨਹੀਂ ਕਰਦੇ, ਪਰ ਸੱਚੇ ਪਾਤਸ਼ਾਹ ਸਾਨੂੰ ਇਹ ਕਹਿੰਦੇ ਵੀ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਦੇ ਲਈ ਤੁਸੀਂ ਖੁਸ਼ਾਮਦੀ ਵਾਲਾ ਰਸਤਾ ਨਾ ਅਪਣਾਓ। ਖੁਸ਼ਾਮਦੀ ਵਾਲਾ ਰਸਤਾ ਅਪਣਾਓਗੇ ਤਾਂ ਤੁਹਾਡੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਸਦਾ ਹੀ ਤੁਹਾਨੂੰ ਦੱਬਿਆ ਕੁਚਲਿਆ ਲਿਤਾੜਿਆ ਜਾਵੇਗਾ। ਤੁਸੀਂ ਪ੍ਰਾਪਤੀਆਂ ਕਰੋ ਪਰ ਆਪਣੇ ਬਲ ਉੱਪਰ ਕਰੋ। ਤੁਹਾਡੀ ਪ੍ਰਾਪਤੀ ਉੱਪਰ ਕਿਸੇ ਦਾ ਅਹਿਸਾਨ ਨਾ ਹੋਵੇ, ਤੁਹਾਡੀ ਮਿਹਨਤ ਉਹਦੇ ਪਿੱਛੇ ਹੋਵੇ। ਜੇ ਮਿਹਨਤ ਹੋਏਗੀ ਕੋਈ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ, ਤੇ ਜਦੋਂ ਮਜਬੂਰ ਨਹੀਂ ਕਰ ਸਕਦਾ ਕੋਈ ਖਰੀਦ ਨਹੀਂ ਸਕਦਾ, ਕੋਈ ਤੁਹਾਡੇ ਤੇ ਦਬਾਅ ਨਹੀਂ ਪਾ ਸਕਦਾ, ਤੇ ਨਾ ਹੀ ਤੁਸੀਂ ਕਿਸੇ ਦਬਾਅ ਅੱਗੇ ਝੁਕੋਗੇ। ਸੋ ਸਤਿਗੁਰੂ ਕਹਿੰਦੇ ਆ ਅੰਤ ਕਾਲ ਸੰਗੀ ਨਾ ਕੋਊ, ਇਹ ਅਚਰਜ ਹੈ ਰੀਤ। ਇਹ ਅਚਰਜ ਰੀਤ ਆ ਭਾਈ ਬਈ ਅੰਤ ਕਾਲ ਸੰਗੀ ਨਾ ਕੋਊ। ਇਹ ਤੇ ਜਾਣਦੇ ਆ ਨਾ ਵੀ ਅੰਤ ਨੂੰ ਸੰਗੀ ਕਿਸੇ ਨੇ ਨਹੀਂ ਹੋਣਾ। ਜਦੋਂ ਅੰਤ ਨੂੰ ਸੰਗੀ ਨਹੀਂ ਹੋਣਾ ਫਿਰ ਇਹਨਾਂ ਤੋਂ ਡਰ ਡਰ ਕੇ ਕਿਉਂ ਜਿਉਂਦੇ ਹੋ? ਜਿਸ ਦਿਨ ਮੌਤ ਆਈ ਕਿ ਇਹੀ ਲੋਕ ਤੁਹਾਨੂੰ ਬਚਾ ਲੈਣਗੇ ਜਿਹੜੇ ਅੱਜ ਤੁਹਾਡੀ ਮੌਤ ਦੇ ਸੌਦੇ ਕਰਦੇ ਆ, ਜਿਹੜੇ ਅੱਜ ਖੈਰਾਤ ਵਿੱਚ ਤੁਹਾਨੂੰ ਜ਼ਿੰਦਗੀ ਦੇ ਰਹੇ ਆ। ਜਿਸ ਦਿਨ ਤੁਹਾਡੀ ਆਪਣੀ ਨੈਚੁਰਲ ਮੌਤ, ਕੁਦਰਤੀ ਮੌਤ ਆਏਗੀ ਕਿ ਇਹ ਲੋਕ ਉਸ ਦਿਨ ਬਚਾ ਲੈਣਗੇ। ਕਿ ਇਹਨਾਂ ਲੋਕਾਂ ਨੂੰ ਮੌਤ ਨਹੀਂ ਆਉਣੀ? ਕਿ ਇਹਨਾਂ ਨੇ ਨਹੀਂ ਮਰਨਾ? ਕਿਉਂ ਤੁਸੀਂ ਇਹਨਾਂ ਲੋਕਾਂ ਨੂੰ ਆਪਣੇ ਰਿਜ਼ਕ ਦਾ ਤੇ ਜ਼ਿੰਦਗੀ ਦਾ ਤੇ ਮੰਨੀ ਬੈਠੇ ਹੋਏ ਹੋ? ਆਪਣਾ ਜ਼ਿੰਦਗੀ ਦਾਤਾ ਆਪਣੇ ਈਸ਼ਵਰ ਨੂੰ ਮੰਨੋ, ਆਪਣਾ ਰਿਜ਼ਕ ਦਾਤਾ ਆਪਣੇ ਈਸ਼ਵਰ ਨੂੰ ਮੰਨੋ। ਮਿਹਰਬਾਨ ਸਾਹਿਬ ਮਿਹਰਬਾਨ, ਜੀ ਸਗਲ ਕਉ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ। ਦਾਨ ਸਾਰਿਆਂ ਨੂੰ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਆ ਬਨਸਪਤੀ ਦੀ ਵੰਨ ਸੁਵੰਨਤਾ ਪਰਮੇਸ਼ਰ ਦੇ ਵੱਲੋਂ ਸਾਰਿਆਂ ਲਈ ਬਣਾਈ ਗਈ ਹੈ। ਕੁਦਰਤ ਨੇ ਆਪਣਾ ਆਪਾ ਸਾਰਿਆਂ ਲਈ ਇੱਕੋ ਜਿਹਾ ਬਣਾਇਆ, ਇਹਨੂੰ ਆਪਾਂ ਵੀ ਕਹਿ ਸਕਦੇ ਹਾਂ। ਪ੍ਰਕਿਰਤੀ ਨੇ ਆਪਣਾ ਆਪਾ ਸਾਰਿਆਂ ਲਈ ਇੱਕੋ ਜਿਹਾ ਬਣਾਇਆ ਆ, ਤੇ ਫਿਰ ਕਿਉਂ ਨਹੀਂ ਅਸੀਂ ਮਿਹਨਤ ਕਰਕੇ ਆਪਣੇ ਹੱਕ ਇਹਦੇ ਵਿੱਚ ਆਪ ਬੀਜ ਲੈਂਦੇ ਤੇ ਉਹਨਾਂ ਦੀ ਪ੍ਰਾਪਤੀ ਆਪ ਕਰ ਲੈਂਦੇ।
ਅੰਤ ਕਾਲ ਸੰਗੀ ਨਾ ਕੋ, ਅੰਤ ਨੂੰ ਕੋਈ ਸੰਗੀ ਨਹੀਂ ਹੋਣਾ, ਭਾਵ ਅੰਤ ਨੂੰ ਕਿਸੇ ਨੇ ਬਚਾਉਣ ਨਹੀਂ ਆ ਜਾਣਾ। ਜਿਨ੍ਹਾਂ ਨੂੰ ਅੱਜ ਜ਼ਿੰਦਗੀ ਦੇ ਦਾਤੇ ਮੰਨੀ ਖੜੇ ਹੋਏ ਹੋ, ਰਿਜ਼ਕ ਦੇ ਦਾਤੇ ਮੰਨੀ ਖੜੇ ਹੋਏ ਹੋ, ਉਹਨਾਂ ਨੇ ਅੰਤ ਸਮੇਂ ਤੁਹਾਨੂੰ ਬਚਾ ਨਹੀਂ ਲੈਣਾ। ਅੰਤ ਉਹਨਾਂ ਦਾ ਵੀ ਹੋਣਾ ਆ। ਇਸ ਲਈ ਜ਼ਿੰਦਗੀ ਦਾਤਾ, ਰਿਜ਼ਕ ਦਾਤਾ ਇੱਕੋ ਹੀ ਆ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਸਾਰਿਆਂ ਨੂੰ ਦੇਣ ਵਾਲਾ ਦਾਤਾ। ਤੇ ਉਹ ਪਰਮੇਸ਼ਰ ਤੁਹਾਡੇ ਅੰਦਰ ਆ। ਮਿਹਨਤ ਰੂਪ ਹੋ ਕੇ ਤੁਸੀਂ ਆਪ ਆਪਣੀ ਕਮਾਈ ਕਰਨੀ ਆ। ਮਿਹਨਤ ਰੂਪ ਹੋ ਕੇ ਪਰਮੇਸ਼ਰ ਦਾ ਸਿਮਰਨ ਤੁਸੀਂ ਆਪ ਕਰਨਾ ਆ। ਕਿਉਂਕਿ ਗੁਰਬਾਣੀ ਕਹਿੰਦੀ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ। ਗੁਰਬਾਣੀ ਕਹਿੰਦੀ ਉਦਮੀ ਹੋ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਗੁਰਬਾਣੀ ਇਹ ਕਹਿੰਦੀ ਆ। ਨਿਰੰਜਨ ਨਾਲ ਚਿੱਤ ਦਾ ਅਰਥ ਇਹ ਆ ਵੀ ਤੂੰ ਆਪਣੇ ਚਿੱਤ ਵਿੱਚ ਇਹ ਮੰਨੇ ਵੀ ਜੋ ਮੈਨੂੰ ਪ੍ਰਾਪਤੀ ਹੋਈ ਆ ਇਹ ਸਾਰੀ ਦੀ ਸਾਰੀ ਪਰਮੇਸ਼ਰ ਕਰਕੇ, ਸਿਰਜਣਹਾਰ ਕਰਕੇ, ਜੋ ਸਾਰੇ ਪਾਸੇ ਵਿਆਪਕ ਆ, ਉਹਦੇ ਕਰਕੇ ਹੋਈ ਆ, ਨਾ ਕਿ ਕਿਸੇ ਦੇ ਅਹਿਸਾਨ ਹੇਠਾਂ ਮੈਂ ਦੱਬਿਆ ਹੋਇਆ ਹਾਂ। ਹਾਥ ਪਾਉ ਕਰ ਕੰਮ ਸਭ, ਹੱਥਾਂ ਪੈਰਾਂ ਨਾਲ ਕੰਮ ਕਰ। ਅੰਤ ਕਾਲ ਸੰਗੀ ਨਾ ਕੋ, ਅੰਤ ਨੂੰ ਇਹਨਾਂ ਲੋਕਾਂ ਨੇ ਸੰਗੀ ਨਹੀਂ ਬਣਨਾ ਵਾ। ਇਸ ਲਈ ਝੂਠੀ ਦੇਖੀ ਪ੍ਰੀਤ, ਇਸ ਲਈ ਇਹ ਪ੍ਰੀਤਾਂ ਝੂਠੀਆਂ ਨੇ। ਅੱਗੋਂ ਦੱਸਦੇ ਹਨ, ਕਹਿੰਦੇ ਮਨ ਮੂਰਖ ਅਜਹੂ ਨ ਸਮਝਤ, ਸਿੱਖ ਦਇ ਹਾਰਿਓ ਨੀਤ। ਗੁਰੂ ਤੇਗ ਬਹਾਦਰ ਕਹਿੰਦੇ ਮੂਰਖ ਮਨ ਅਜੇ ਵੀ ਨਹੀਂ ਸਮਝਦਾ ਪਿਆ। ਮਨ ਮੂਰਖ ਭਾਵ ਮੂਰਖ ਮਨ, ਅਜਹੂ ਨ ਸਮਝਤ, ਅਜੇ ਵੀ ਨਹੀਂ ਸਮਝਦਾ ਪਿਆ। ਸਿੱਖ ਦਇ ਹਾਰਿਓ ਨੀਤ, ਨਿਤ ਨਿਤ ਇਸ ਨੂੰ ਸਿੱਖਿਆ ਦੇ ਦੇ ਕੇ। ਇੱਥੇ ਸਿੱਖ ਦਾ ਅਰਥ ਆ ਸਿੱਖਿਆ, ਸਮਝ, ਅਕਲ। ਇਹਨੂੰ ਅਕਲ ਦੇ ਦੇ ਕੇ, ਸਿੱਖਿਆ ਦੇ ਦੇ ਕੇ, ਸਮਝ ਦੇ ਦੇ ਕੇ ਥੱਕ ਗਏ ਹਾਂ, ਤੇ ਮੂਰਖ ਮਨ ਅਜੇ ਵੀ ਨਹੀਂ ਸਮਝਦਾ ਪਿਆ। ਇਹਨੂੰ ਸਮਝਣਾ ਚਾਹੀਦਾ ਆ, ਸਮਝ ਲੈ ਲੈਣੀ ਚਾਹੀਦੀ ਆ। ਨਾਨਕ ਭੌਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਗੁਰੂ ਤੇਗ ਬਹਾਦਰ ਕਹਿਣ ਲੱਗੇ ਭੌਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਭਾਈ ਉਹ ਮਨੁੱਖ ਭੌਜਲ ਤੋਂ, ਜਿਹਨੂੰ ਆ ਤੁਸੀਂ ਸੰਸਾਰ ਸਮੁੰਦਰ ਕਹਿੰਦੇ ਹੋ ਨਾ ਵੀ ਇਹਦੇ ਚੋਂ ਨਿਕਲਣਾ ਬੜਾ ਔਖਾ ਆ, ਜਿਹਨੂੰ ਤੁਸੀਂ ਇੱਦਾਂ ਆਖਦੇ ਹੋ ਵੀ ਸੰਸਾਰ ਸਮੁੰਦਰ ਬੜਾ ਭਿਆਨਕ ਆ, ਬੜਾ ਗਹਿਰਾ ਆ, ਇਹਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਸੌਖਾ ਹੀ ਨਿਕਲਿਆ ਜਾ ਸਕਦਾ। ਅਸਲ ਵਿੱਚ ਸੰਸਾਰ ਸਮੁੰਦਰ ਹੈ ਕਿ ਡਰ ਆ ਇੱਕ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਸੰਸਾਰ ਸਮੁੰਦਰ, ਲਾਲਚ ਆ ਸੰਸਾਰ ਸਮੁੰਦਰ। ਇਹ ਸਭ ਕੁਝ ਸੰਸਾਰ ਸਮੁੰਦਰ ਹੈ। ਤੇ ਇਹਦੇ ਵਿੱਚੋਂ ਲਾਲਚ ਵਿੱਚੋਂ, ਲੋਭ ਵਿੱਚੋਂ, ਵਿਕਾਰਾਂ ਵਿੱਚੋਂ, ਅਗਿਆਨਤਾ ਵਿੱਚੋਂ, ਭਰਮ ਵਿੱਚੋਂ, ਡਰ ਵਿੱਚੋਂ ਕੱਢਦੇ ਆ ਸਾਨੂੰ ਗੁਰੂ ਸਾਹਿਬ। ਇਹ ਸੰਸਾਰ ਸਮੁੰਦਰ ਵਿੱਚੋਂ ਸਾਨੂੰ ਗੁਰੂ ਸਾਹਿਬ ਕੱਢਦੇ ਆ। ਇਹ ਚੋਂ ਨਿਕਲਿਆ ਕਿਵੇਂ ਜਾਏਗਾ ਜੀ? ਜੋ ਗਾਵੈ ਪ੍ਰਭ ਕੇ ਗੀਤ, ਜਦੋਂ ਪ੍ਰਭੂ ਦਾ ਗੀਤ ਗਾਇਆ ਜਾਏਗਾ, ਜਦੋਂ ਪਰਮੇਸ਼ਰ ਦੀ ਉਸਤਤ, ਦੁਨੀਆ ਦੀ ਖੁਸ਼ਾਮਦ ਦੀ ਥਾਂ ਦੇ ਉੱਪਰ, ਝੂਠੀ ਪ੍ਰੀਤ ਦੇ ਉੱਪਰ ਦੇ ਟਾਕਰੇ ਤੇ ਜਦੋਂ ਪ੍ਰਭੂ ਦਾ ਗੀਤ ਗਾਇਆ ਜਾਏਗਾ, ਜਦੋਂ ਰੱਬ ਦੀ ਸਿਫਤ ਸਲਾਹ ਕੀਤੀ ਜਾਏਗੀ, ਜਦੋਂ ਇਹ ਆਖਿਆ ਜਾਏਗਾ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਆਖਿਆ ਜਾਏਗਾ ਸਾਰੇ ਬਰਾਬਰ ਆ ਤੇ ਸਿਰਜਣਹਾਰ ਸਾਡੇ ਸਾਰਿਆਂ ਵਿੱਚ ਵਿਆਪਕ ਆ, ਤੁਸੀਂ ਕੋਈ ਖਾਸ ਨਹੀਂ ਹੋ, ਜੋ ਸਾਡੇ ਸਿਰਾਂ ਦੇ ਉੱਪਰ ਬੈਠੋ ਤੁਸੀਂ। ਸਾਨੂੰ ਪਤਾ ਆ ਕਿਵੇਂ ਕਿਵੇਂ ਤੁਸੀਂ ਲੋਕ ਲੁੱਟ ਰਹੇ ਹੋ, ਕਿਵੇਂ ਕਿਵੇਂ ਤੁਸੀਂ ਲੋਕਾਂ ਨੇ ਇੱਦਾਂ ਲੋਕਾਂ ਨੂੰ ਬੰਨ੍ਹਿਆ ਹੋਇਆ। ਕੋਈ ਨਹੀਂ, ਸਮਾਂ ਆਉਣ ਦਿਓ, ਸਭ ਦੁਨੀਆ ਦੇ ਸਾਹਮਣੇ ਆ ਜਾਏਗਾ। ਗੁਰੂ ਨਾਨਕ ਪਾਤਸ਼ਾਹ ਨੇ ਸਭ ਦੱਸਿਆ, ਕਬੀਰ ਜੀ ਮਹਾਰਾਜ ਨੇ ਸਪਸ਼ਟ ਗੱਲਾਂ ਕੀਤੀਆਂ। ਕਹਿੰਦੇ ਐ ਬ੍ਰਹਮਣ ਜੀ ਮਹਾਰਾਜ, ਤੁਹਾਡੀ ਸਰਦਾਰੀ ਤੇ ਤਾਂ ਕਬੂਲੀਏ ਨਾ, ਜੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੁਸੀਂ ਆਨ ਬਾਟ ਆਏ ਹੋ, ਤੁਮ ਕਤ ਬ੍ਰਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਦਿਓ ਜਵਾਬ ਸਾਨੂੰ ਇਸ ਗੱਲ ਦਾ। ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤਿੰਨ ਤੇ ਗੁਰੂ ਸਾਹਿਬ ਨੇ ਗਿਣ ਦਿੱਤੇ। ਅੱਜ ਇਹ ਲਿਸਟ ਲੰਮੀ ਹੋਏਗੀ, ਕਿਉਂਕਿ ਇਹਦੇ 'ਚ ਹੋਰ ਵੀ ਸ਼ਾਮਲ ਹੋਣਗੇ। ਉਜਾੜੇ ਦੇ ਬੰਨ ਨੂੰ ਹੋਰ ਵੀ ਇਹਦੇ 'ਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਉਜਾੜਾ ਕੀਤਾ ਆ ਆਪਣੇ ਲੋਕਾਂ ਦਾ, ਆਪਣੀ ਕੌਮ ਦਾ। ਉਹ ਲਿਸਟ ਸਾਨੂੰ ਅੱਜ ਦੇਖਣੀ ਪਏਗੀ ਵੀ ਅੱਜ ਉਹ ਕੌਣ ਨੇ ਜਿਹੜੇ ਅੱਜ ਉਜਾੜਾ ਭਾਈ ਕਰਦੇ ਹੈਗੇ ਨੇ। ਸੋ ਗੁਰੂ ਸਾਹਿਬ ਜੀ ਕਹਿਣ ਲੱਗੇ, ਜੋ ਗਾਵੈ ਪ੍ਰਭ ਕੇ ਗੀਤ, ਪ੍ਰਭੂ ਜੀ ਦੇ ਗੀਤ ਗਾਉਣੇ,
ਪਰਮੇਸ਼ਰ ਵਾਹਿਗੁਰੂ ਨੂੰ ਸਰਬ ਵਿਆਪਕ ਜਾਣਨਾ, ਸਾਰਿਆਂ ਨੂੰ ਇੱਕੋ ਜੈਸੇ ਜਾਣਨਾ। ਸੁਖਮਨੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੋ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਮਾਨਤਾ, ਬਰਾਬਰਤਾ ਹੈ। ਜਿਵੇਂ ਰਾਜੇ ਨੂੰ ਤੇ ਕੰਗਾਲ ਨੂੰ ਆ ਚੱਲਦੀ ਹਵਾ ਬਰਾਬਰ ਲੱਗਦੀ ਆ ਨਾ। ਹਵਾ ਰਾਜੇ ਨੂੰ ਵੱਧ ਨਹੀਂ ਲੱਗਦੀ, ਗਰੀਬ ਨੂੰ ਘੱਟ ਨਹੀਂ ਲੱਗਦੀ। ਧੁੱਪ ਰਾਜੇ ਨੂੰ ਘੱਟ ਨਹੀਂ ਲੱਗਦੀ, ਗਰੀਬ ਨੂੰ ਵੱਧ ਨਹੀਂ ਲੱਗਦੀ, ਇੱਕੋ ਜਿਹੀ ਲੱਗੇਗੀ। ਇੱਕੋ ਹੀ ਥਾਂ ਉੱਪਰ ਦੋਵੇਂ ਹੋਣ, ਇੱਕੋ ਹੀ ਕੰਮ ਦੋਵੇਂ ਕਰਦੇ ਹੋਣ, ਤੇ ਕੁਦਰਤ ਦੀਆਂ ਸਾਰੀਆਂ ਨਿਆਮਤਾਂ, ਦਾਤਾਂ ਦੋਵਾਂ ਲਈ ਇੱਕੋ ਜਿਹੀਆਂ ਨੇ। ਉਹਨਾਂ ਵਿੱਚ ਕੋਈ ਫਰਕ ਨਹੀਂ ਆ, ਉਹਨਾਂ ਵਿੱਚ ਕੋਈ ਅੰਤਰ ਨਹੀਂ ਆ। ਤੇ ਜਿਵੇਂ ਉਹਨਾਂ ਵਿੱਚ ਕੋਈ ਅੰਤਰ ਨਹੀਂ, ਕੁਦਰਤ ਦੀਆਂ ਦਾਤਾਂ, ਨਿਆਮਤਾਂ ਵਿੱਚ ਕੋਈ ਅੰਤਰ ਨਹੀਂ, ਇਵੇਂ ਹੀ ਜੋ ਰੱਬ ਦਾ ਪਿਆਰਾ ਆ, ਬ੍ਰਹਮ ਗਿਆਨੀ ਦਾ ਅਰਥ ਜੋ ਬ੍ਰਹਮ ਦਾ ਗਿਆਤਾ ਹੈ, ਜਿਹਨੇ ਬ੍ਰਹਮ ਨੂੰ ਜਾਣ ਲਿਆ ਹੈ, ਉਹਦੀ ਦ੍ਰਿਸ਼ਟੀ ਵਿੱਚ ਸਮਾਨਤਾ ਆ ਜਾਂਦੀ। ਬ੍ਰਹਮ ਨੂੰ ਜਾਣਨਾ ਕੀ ਹੈ? ਘੱਟ ਘੱਟ ਵਿੱਚ ਵਿਆਪਕ ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਜੋੜ ਲੈਣਾ, ਮਨ ਵਿੱਚ ਇਹ ਦ੍ਰਿੜ ਵਿਸ਼ਵਾਸ ਨਿਸ਼ਚਾ ਕਰ ਲੈਣਾ ਬਈ ਸਾਰੀ ਕਾਇਨਾਤ ਪਰਮੇਸ਼ਰ ਦਾ ਰੂਪ ਹੈ ਤੇ ਸਿਰਜਣਹਾਰ ਇਸ ਵਿੱਚ ਬੈਠਾ ਹੋਇਆ ਹੈ। ਕਰਤਾ ਪੁਰਖ, ਸਿਰਜਣਹਾਰ ਵਿਆਪਕ ਹੈ। ਇਹ ਜਾਣ ਲੈਣਾ। ਤੇ ਫਿਰ ਜਦੋਂ ਇਹ ਜਾਣ ਲਿਆ, ਫਿਰ ਦ੍ਰਿਸ਼ਟ ਸਮਾਨ ਹੋ ਜਾਏਗੀ। ਜਦੋਂ ਦ੍ਰਿਸ਼ਟੀ ਸਮਾਨ ਹੋ ਗਈ, ਫਿਰ ਸਾਰੇ ਸਾਨੂੰ ਬਰਾਬਰ ਦਿਸਣਗੇ। ਜਦੋਂ ਬਰਾਬਰ ਦਿਸਣਗੇ, ਫਿਰ ਹਰ ਇੱਕ ਦੇ ਲਈ ਸਾਨੂੰ ਉਹ ਸਹੂਲਤ ਦੀ ਲੋੜ ਪਏਗੀ ਜੋ ਕੁਝ ਖਾਸ ਚੰਦ ਬੰਦਿਆਂ ਨੇ ਆਪਣੇ ਤੱਕ ਸੀਮਿਤ ਕਰ ਲਿੱਤੀ ਹੋਈ ਹੈ। ਫਿਰ ਉੱਥੇ ਸਵਾਲ ਪੁੱਛਿਆ ਜਾਏਗਾ, ਕੀ ਗੱਲ ਭਾਈ, ਤੁਸੀਂ ਕੋਈ ਖਾਸ ਹੋ? ਬਾਕੀ ਕਿਉਂ ਨਹੀਂ ਇਹ ਕੰਮ ਕਰ ਸਕਦੇ? ਕਿਸੇ ਹੋਰ ਮੁਲਕ ਦਾ ਸਿੱਖ ਕਿਉਂ ਨਹੀਂ ਇਹ ਪਦਵੀ ਤੇ ਆ ਸਕਦਾ? ਤੁਸੀਂ ਕੋਈ ਖਾਸ ਹੋ? ਫਿਰ ਪੁੱਛਿਆ ਜਾ ਸਕਦਾ ਹੈ। ਸੋ ਇਸ ਲਈ ਝੂਠੀ ਦੇਖੀ ਪ੍ਰੀਤ, ਗੁਰੂ ਸਾਹਿਬ ਕਹਿੰਦੇ ਜਦੋਂ ਤੱਕ ਅਸੀਂ ਨਿੱਜੀ ਸਵਾਰਥਾਂ ਤੱਕ ਖੜੇ ਹੋਏ ਹਾਂ, ਅਸੀਂ ਇਹ ਨਹੀਂ ਵੇਖਦੇ ਦੁਨੀਆ ਕਿਵੇਂ ਚੱਲ ਰਹੀ ਆ, ਦੇਸ਼ ਕਿਵੇਂ ਚੱਲ ਰਿਹਾ, ਕਿਵੇਂ ਚਲਾਇਆ ਜਾ ਰਿਹਾ, ਪੁਜਾਰੀ ਵਰਗ ਕਿਵੇਂ ਚੱਲ ਰਿਹਾ, ਕਿਵੇਂ ਉਹ ਲੋਕਾਂ ਨੂੰ ਚਲਾ ਰਿਹਾ, ਜਦੋਂ ਤੱਕ ਅਸੀਂ ਇਹ ਨਹੀਂ ਵੇਖਦੇ, ਉਦੋਂ ਤੱਕ ਸਾਡੀਆਂ ਜੋ ਨਿੱਕੀਆਂ ਨਿੱਕੀਆਂ ਹੈਗੀਆਂ ਖੁਦਗਰਜ਼ੀਆਂ, ਜ਼ਰੂਰਤਾਂ, ਜਿਨ੍ਹਾਂ ਕਰਕੇ ਅਸੀਂ ਕਦੇ ਕਿਸੇ ਅੱਗੇ ਝੁਕਦੇ ਹਾਂ, ਕਦੀ ਕਿਸੇ ਅੱਗੇ ਝੁਕਦੇ ਹਾਂ, ਫਿਰ ਇਹ ਸਾਰੀਆਂ ਪ੍ਰੀਤਾਂ ਝੂਠੀਆਂ ਪ੍ਰੀਤਾਂ ਹੀ ਰਹਿ ਜਾਣਗੀਆਂ। ਇਹਨੂੰ ਸੱਚੀ ਪ੍ਰੀਤ 'ਚ ਜੋੜੀਏ। ਸੱਚੀ ਪ੍ਰੀਤ ਕੀ ਹੈ ਜੀ? ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਹੈ ਪਰਮੇਸ਼ਰ ਨਾਲ ਜੁੜਨਾ, ਸਰਵ ਵਿਆਪਕ ਨਾਲ ਮਨ ਦੀ ਸਾਂਝ ਪੈਣੀ। ਸੋ ਇਵੇਂ ਸਮਝਾਇਆ ਹੈ ਇਸ ਸ਼ਬਦ ਵਿੱਚ। ਤੇ ਅਗਲਾ ਸ਼ਬਦ ਹੈ ਬਿਹਾਗੜਾ ਰਾਗ ਦਾ ਸ਼ਬਦ। ਬਿਹਾਗੜਾ ਰਾਗ ਵਿੱਚ ਇੱਕੋ ਹੀ ਸ਼ਬਦ ਹੈ। ਇਹ ਆਪਾਂ ਅਗਲੇ ਹਿੱਸੇ ਵਿੱਚ ਸਾਂਝਾ ਕਰਦੇ ਹਾਂ। ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਵਿਚਾਰ ਜੇ ਤੁਹਾਨੂੰ ਚੰਗੀ ਲੱਗਦੀ ਹੈ, ਤੁਸੀਂ ਇਸ ਨੂੰ ਸਾਂਝਿਆ ਕਰੋ। ਤੇ ਇਹਦੇ ਪ੍ਰਤੀ ਕਿਸੇ ਪ੍ਰਕਾਰ ਦਾ ਕੋਈ ਸੁਝਾਅ ਹੋਵੇ, WhatsApp ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੈ, ਈਮੇਲ ID ਵੀ ਹੈ, ਤੁਸੀਂ ਮੇਲ ਵੀ ਕਰ ਸਕਦੇ ਹੋ ਤੇ WhatsApp ਦੇ ਉੱਪਰ ਮੈਸੇਜ ਵੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।